परम सत्कारयोग साध संगत जी रसना पवित्र कर लईए ते आखिए तान श्री सतगुरु जगजीत सिंह जी, तान श्री सतगुरु उदय सिंह जी। साध संगत जी, पिछले काल असी महिंदर सिंह लंडन वाले उन्हां वल्लों दसी हुई साखिया का आनंद माणिया है। अज उन्हां वल्लों दसी हुई साखियाँ कुछ होर ने, आओ उन्हां दा भी आनंद माणीए। साध संगत दी सेवा करन बारे ਉਹ ਆਪਣੀ ਇੱਕ ਹੋਰ ਹੱਡਬੀਤੀ ਸੁਣਾਉਂਦੇ ਹਨ ਕਿ ਲੁਧਿਆਣੇ ਸ਼ਰਾਬਾ ਨਗਰ ਦੀ ਗੱਲ ਹੈ। ਇੱਕ ਸਿੱਖ ਨੇ ਆਪਣੇ ਘਰ ਖੂਹੀ ਲਗਵਾਈ। ਖੂਹੀ ਵਿੰਗੀ ਹੋ ਗਈ। ਉਸ ਨੇ ਆਪਣੇ ਘਰ ਵਰਤਨੀ ਕਰਵਾ ਕੇ ਸਾਧ ਸੰਗਤ ਦੇ ਚਰਨ ਪਵਾਏ। ਅਰਦਾਸ ਹੋਈ ਕਿ ਖੂਹੀ ਸਿੱਧੀ ਹੋ ਜਾਵੇ। ਮਹਿੰਦਰ ਸਿੰਘ ਵੀ ਵਰਨੀ ਵਿੱਚ ਹਾਜ਼ਰ ਹੋਇਆ। ਉਸ ਕੋਲ ਮੋਟਰਸਾਈਕਲ ਸੀ। ਉਸ ਨੇ ਉਸ ਵਿੱਚ ਆਪਣੇ ਆਉਣ ਜਾਣ ਲਈ ਸਿਰਫ 2 ਲੀਟਰ ਹੀ ਤੇਲ ਪਵਾਇਆ ਸੀ, ਪਰ ਭੋਗ ਪੈਣ 'ਤੇ ਉਸ ਨੂੰ ਸਵਾਰੀਆਂ ਨੂੰ ਘਰੋਂ ਘਰੀ ਪਹੁੰਚਾਉਣ ਦੀ ਸੇਵਾ ਮਿਲ ਗਈ। ਉਸ ਨੇ 3-3 ਜਣਿਆਂ ਨੂੰ ਬਿਠਾ ਕੇ ਕਈ ਚੱਕਰ ਲਾਏ। ਇੱਕ ਚੱਕਰ ਵਿੱਚ ਪੈਟਰੋਲ ਖਤਮ ਹੋ ਗਿਆ ਅਤੇ ਮੋਟਰਸਾਈਕਲ ਰੁਕ ਗਿਆ। ਉਸ ਨੇ ਮੋਟਰਸਾਈਕਲ ਟੇਢਾ ਮੇਢਾ ਕਰਕੇ ਸਟਾਰਟ ਕਰ ਲਿਆ। ਥੋੜ੍ਹੀ ਦੂਰ ਜਾ ਕੇ ਮਿਲਟਰੀ ਵਾਲਿਆਂ ਦਾ ਕੈਂਪ ਸੀ। ਉੱਥੇ ਮੋਟਰਸਾਈਕਲ ਰੋਕ ਕੇ ਉਹਨਾਂ ਕੋਲੋਂ ਪੈਟਰੋਲ ਪੰਪ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਪੈਟਰੋਲ ਤਾਂ ਸਾਡੇ ਕੋਲ ਹੀ ਹੈ, ਜੇ ਤੈਨੂੰ ਚਾਹੀਦਾ ਹੈ ਤਾਂ ਲੈ ਲੈ। ਉਹਨਾਂ ਇੱਕ ਬੋਤਲ ਵਿੱਚ ਤੇਲ ਪਾ ਕੇ ਦਿੱਤਾ ਅਤੇ ਪੈਸੇ ਮੰਗੇ। ਉਸ ਨੇ ਕਿਹਾ ਕਿ ਪੈਸੇ ਉਹ ਆ ਕੇ ਦਿੰਦਾ ਹੈ। ਉਹ ਮੰਨ ਗਏ, ਪਰ ਜਿਉਂ ਹੀ ਮਹਿੰਦਰ ਸਿੰਘ ਨੇ ਟੰਕੀ ਦਾ ਢੱਕਣ ਖੋਲ੍ਹਿਆ ਤਾਂ ਉਸ ਦੀ ਹੈਰਾਨੀ ਦੀ ਹੱਦ ਹੀ ਨਾ ਰਹੀ। ਟੈਂਕ ਅੱਧਾ ਭਰਿਆ ਹੋਇਆ ਸੀ। ਉਸ ਨੇ ਮਿਲਟਰੀ ਵਾਲਿਆਂ ਨੂੰ ਉਹਨਾਂ ਦੀ ਪੈਟਰੋਲ ਦੀ ਬੋਤਲ ਲਏ ਬਿਨਾਂ ਹੀ ਵਾਪਸ ਕਰ ਦਿੱਤੀ। ਮਨ ਵਿੱਚ ਹੈਰਾਨੀ ਵਰਤ ਗਈ ਕਿ ਤੇਲ ਤਾਂ ਸਿਰਫ 2 ਲੀਟਰ ਹੀ ਪਵਾਇਆ ਸੀ। ਮੋਟਰਸਾਈਕਲ ਇੰਨਾ ਚਲਾਇਆ ਵੀ ਟੈਂਕੀ ਅਜੇ ਵੀ ਅੱਧੀ ਹੈ। ਇਸ ਤਰ੍ਹਾਂ ਕਿਵੇਂ ਹੋ ਗਿਆ ਹੋਵੇਗਾ? ਉਸ ਨੂੰ ਫਿਰ ਸਮਝ ਆਉਂਦਿਆਂ ਇੱਕ ਪਲ ਵੀ ਨਾ ਲੱਗਾ। ਇਹ ਸਾਰਾ ਸਾਧ ਸੰਗਤ ਦੀ ਸੇਵਾ ਦਾ ਫਲ ਸੀ। ਸੋ ਸੇਵਾ ਕਰਦਿਆਂ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਰਹਿੰਦਾ। 9 ਨਿਧੀਆਂ ਅਤੇ 12 ਸਿੱਧੀਆਂ ਹੋ ਜਾਂਦੀਆਂ ਹਨ। ਆਪਣੇ ਇੰਗਲੈਂਡ ਪਹੁੰਚਣ ਬਾਰੇ ਮਹਿੰਦਰ ਸਿੰਘ ਜੀ ਇਉਂ ਦੱਸਦੇ ਹਨ ਕਿ ਇੰਗਲੈਂਡ ਵਿੱਚ ਹੋਲਾ ਸੀ। ਇਹ 1984 ਦੀ ਗੱਲ ਹੈ। ਉਸ ਨੇ ਇੰਗਲੈਂਡ ਹੋਲੇ 'ਤੇ ਆਉਣ ਲਈ ਆਪਣਾ ਪਾਸਪੋਰਟ 'ਤੇ ਫੋਟੋਆਂ ਦੇ ਕੇ ਦੁਬਈ ਤੋਂ ਅਪਲਾਈ ਕੀਤਾ। ਬੜੀ ਦੇਰ ਹੋ ਗਈ, ਹੋਲਾ ਵੀ ਲੰਘ ਗਿਆ, ਵੀਜ਼ਾ ਨਾ ਮਿਲਿਆ। ਪਾਸਪੋਰਟ ਵਾਪਸ ਲੈ ਕੇ ਕੰਪਨੀ ਵਿੱਚ ਜਮ੍ਹਾਂ ਕਰਵਾ ਦਿੱਤਾ। ਉਹ ਉੱਥੇ 4 ਜਣੇ ਸਨ। ਸਲਾਹ ਕੀਤੀ ਕਿ ਅਮਰੀਕਾ ਜਾਇਆ ਜਾਏ। ਸਲਾਹ ਹੋਈ ਕਿ ਇੱਕ ਜਣਾ ਪਹਿਲਾਂ ਜਾਏ ਅਤੇ ਉਹ ਉੱਥੇ ਰਹਿ ਕੇ ਕੰਮਕਾਰ ਬਾਰੇ ਪਤਾ ਲਗਾਏ ਅਤੇ ਫਿਰ ਬਾਕੀ ਦੇ 3 ਜਣੇ ਜਾਣ। ਇਸ ਕੰਮ ਲਈ ਉਹਨਾਂ ਪਹਿਲਾਂ ਮਹਿੰਦਰ ਸਿੰਘ ਨੂੰ ਹੀ ਚੁਣ ਲਿਆ। ਉਸ ਤਿਆਰੀ ਸ਼ੁਰੂ ਕਰ ਦਿੱਤੀ। ਇੱਕ ਦਿਨ ਗੁਰਦੁਆਰੇ ਕੀਰਤਨ ਕਰਨ ਤੋਂ ਬਾਅਦ ਉਸ ਨੇ ਸਾਧ ਸੰਗਤ ਅੱਗੇ ਬੇਨਤੀ ਕੀਤੀ ਕਿ ਉਹ ਇੰਡੀਆ ਗਿਆ ਸੀ। ਉਸ ਕੋਲੋਂ ਪੈਸੇ ਖਤਮ ਹੋ ਗਏ ਸਨ। ਹੁਣ ਉਹ ਅਮਰੀਕਾ ਜਾਣਾ ਚਾਹੁੰਦਾ ਹੈ। ਸਾਧ ਸੰਗਤ ਜੀ ਪੈਸੇ ਦੀ ਮਦਦ ਕਰੇ। ਗੁਰਦੁਆਰੇ ਦੇ ਪ੍ਰਧਾਨ ਤੇ ਹੋਰ ਪਤਵੰਤੇ ਸੱਜਣਾਂ ਨੇ ਸਲਾਹ ਕਰਕੇ ਹੁਕਮ ਸੁਣਾਇਆ ਕਿ ਉਸ ਕੋਲ ਜੋ ਸਾਜ ਸਮਾਨ ਹੈ ਉਹ ਗੁਰਦੁਆਰੇ ਮੱਥਾ ਟੇਕ ਦੇਵੇ। ਸੱਚੇ ਪਾਤਸ਼ਾਹ ਸ੍ਰੀ ਸਾਧੂ ਜਗਜੀਤ ਸਿੰਘ ਜੀ ਉਸ ਦੀ ਜ਼ਰੂਰ ਮਦਦ ਕਰਨਗੇ। ਸਾਧ ਸੰਗਤ ਦੀ ਅਰਦਾਸ ਸੀ। ਉਸ ਦੀ ਸਾਰੇ ਕੰਮ ਰਾਸਤਾ ਹੋਣੇ ਹੀ ਸਨ। ਸੋ ਉਸ ਨੇ ਸਾਰਾ ਸਾਜ ਸਮਾਨ ਮੱਥਾ ਟੇਕ ਦਿੱਤਾ। ਸਾਰਾ ਸਾਜ ਸਮਾਨ ਮੱਥਾ ਟੇਕ ਦਿੱਤਾ। 4 ਜਣਿਆਂ ਨੇ ਪੈਸੇ ਪਾਏ ਅਤੇ ਟਿਕਟ ਖਰੀਦ ਦਿੱਤਾ। ਉਸ ਦੇ ਸਾਲੇ ਇੰਗਲੈਂਡ ਕਵੈਂਟਰੀ ਵਿੱਚ ਰਹਿੰਦੇ ਸਨ। ਉਸ ਨੇ ਉਹਨਾਂ ਨੂੰ ਆਪਣੇ ਅਮਰੀਕਾ ਜਾਣ 'ਤੇ ਪੈਸਿਆਂ ਦੀ ਮਦਦ ਬਾਰੇ ਫੋਨ 'ਤੇ ਦੱਸਿਆ। ਉਹਨਾਂ ਦਿਨਾਂ ਵਿੱਚ ਦੁਬਈ ਤੋਂ ਇੰਗਲੈਂਡ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਸੀ। ਉਸ ਨੇ ਕੰਪਨੀ ਤੋਂ ਪਾਸਪੋਰਟ ਲਿਆ ਅਤੇ ਇੰਗਲੈਂਡ ਚਲਿਆ ਗਿਆ। ਪਾਸਪੋਰਟ ਜੇਬ ਵਿੱਚ ਰੱਖ ਲਿਆ। ਇਹ ਨਾ ਵੇਖਿਆ ਕਿ ਪਾਸਪੋਰਟ ਖਤਮ ਹੋ ਚੁੱਕਾ ਸੀ। 3-4 ਕਾਊਂਟਰਾਂ 'ਤੇ ਮੋਹਰਾਂ ਲੱਗੀਆਂ। ਕਿਸੇ ਨੇ ਵੀ ਪਾਸਪੋਰਟ ਦੇ ਐਕਸਪਾਇਰ ਹੋਣ ਵੱਲ ਧਿਆਨ ਨਾ ਦਿੱਤਾ। ਸਾਧ ਸੰਗਤ ਵਿੱਚ ਅਰਦਾਸ ਜੋ ਹੋਈ ਸੀ, ਸਾਰੇ ਕੰਮ ਰਾਸ ਹੋਣੇ ਹੀ ਸੀ। ਜਹਾਜ਼ ਵਿੱਚ ਚੜ੍ਹ ਗਿਆ। ਚੰਡੀ ਦੀ ਵਾਰ ਦੇ ਪਾਠ ਦਾ ਵੇਲਾ ਹੋਇਆ।
ਉਸ ਚੰਡੀ ਦੀ ਵਾਰ ਦਾ ਪਾਠ ਕੀਤਾ। ਇੰਗਲੈਂਡ ਏਅਰਪੋਰਟ 'ਤੇ ਜਹਾਜ਼ ਪਹੁੰਚ ਗਿਆ। ਉਹਨਾਂ ਪਾਸਪੋਰਟ ਚੈੱਕ ਕੀਤਾ। ਪਾਸਪੋਰਟ ਦੀ ਮਿਆਦ ਘੱਟ ਤੋਂ ਘੱਟ 6 ਮਹੀਨੇ ਰਹਿੰਦੀ ਹੋਵੇ ਤਾਂ ਸਫ਼ਰ ਕਰਨ ਦਿੰਦੇ ਹਨ। ਉਹ ਏਅਰਪੋਰਟ ਤੋਂ ਬਾਹਰ ਨਾ ਨਿਕਲਣ ਦੇਣ। ਸਾਲਾਂ ਦੇ ਸਾਲੇ ਹਾਰ ਏਅਰਪੋਰਟ 'ਤੇ ਲੈਣ ਆਏ ਹੋਏ ਸਨ। 1984 ਦਾ ਇੰਦਰਾ ਕਾਂਡ ਹੋ ਕੇ ਹਟਿਆ ਸੀ। ਗੋਰੇ ਤਾਂ ਸਿੱਖਾਂ 'ਤੇ ਹੋਰ ਵੀ ਸ਼ੱਕ ਕਰਦੇ ਸਨ। ਮਹਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਾਸਪੋਰਟ ਦੀ ਤਾਰੀਖ ਲੰਘ ਚੁੱਕੀ ਹੈ। ਉਹਨਾਂ ਇੱਕ ਟਰਾਂਸਲੇਟਰ ਲਿਆਂਦਾ। ਇੱਕ ਕਮਰੇ ਵਿੱਚ ਉਸ ਨੂੰ ਤੇ ਇੱਕ ਕਮਰੇ ਵਿੱਚ ਉਸ ਦੇ ਭਰਾ ਭਰਜਾਈ ਨੂੰ ਵੱਖ-ਵੱਖ ਕਰਕੇ ਪੁੱਛਿਆ ਕਿ ਭਿੰਡਰਾਂਵਾਲੇ ਦੇ ਨਾਲ ਉਸ ਦੇ ਕੀ ਸੰਬੰਧ ਹਨ। ਉਸ ਕਿਹਾ ਜੀ ਕੋਈ ਨਹੀਂ। ਉਹਨਾਂ ਵੱਖ-ਵੱਖ ਤਰੀਕਿਆਂ ਨਾਲ ਜਾਣਕਾਰੀ ਲੈ ਕੇ ਕਿਹਾ ਕਿ ਬੰਦਾ ਤਾਂ ਠੀਕ ਹੈ। ਉਸ ਨੂੰ ਸਿਰਫ 3 ਦਿਨ ਲਈ ਰਿਲੀਜ਼ ਕਰ ਦਿੱਤਾ। ਬਾਹਰ ਆ ਕੇ UK ਦੀ ਨਾਮਧਾਰੀ ਸੰਗਤ ਦੇ ਪ੍ਰਧਾਨ ਸ਼੍ਰੀ ਪ੍ਰੀਤਮ ਸਿੰਘ ਰੀਹਲ ਨੂੰ ਮਿਲੇ। ਉਸ ਨੇ ਉਸ ਨੂੰ ਇੱਕ ਨੁਕਤਾ ਸਮਝਾਇਆ ਕਿ ਤੂੰ ਏਅਰਪੋਰਟ 'ਤੇ ਪਹੁੰਚ ਜਾ ਅਤੇ ਉਹਨਾਂ ਨੂੰ ਜਾ ਕੇ ਕਹਿ ਕਿ ਪਾਸਪੋਰਟ 'ਤੇ ਤਾਰੀਖ ਤਾਂ ਹੈ ਨਹੀਂ। ਮੈਂ ਇਸ ਪਾਸਪੋਰਟ 'ਤੇ ਹਵਾਈ ਸਫ਼ਰ ਕਿਵੇਂ ਕਰ ਸਕਦਾ ਹਾਂ। ਉਸਨੇ ਉਵੇਂ ਕੀਤਾ। ਉਹਨਾਂ 1 ਮਹੀਨੇ ਦੀ ਹੋਰ ਐਂਟਰੀ ਦੇ ਦਿੱਤੀ। ਪਾਸਪੋਰਟ ਅਪਲਾਈ ਕਰ ਦਿੱਤਾ। ਉਹਨਾਂ 1.5 ਮਹੀਨਾ ਲਗਾ ਦਿੱਤਾ। ਪਾਸਪੋਰਟ ਮਿਲਿਆ ਤਾਂ ਪ੍ਰਧਾਨ ਜੀ ਆਪਣੀਆਂ ਬੈਂਕ ਦੀਆਂ ਕਾਪੀਆਂ ਅਤੇ ਆਪਣਾ ਪਾਸਪੋਰਟ ਲੈ ਕੇ ਏਅਰਪੋਰਟ 'ਤੇ ਗਏ। ਅਰਜ਼ੀ ਦਿੱਤੀ ਕਿ ਇਹ ਬੰਦਾ ਸਾਨੂੰ ਚਾਹੀਦਾ ਹੈ। ਉਹਨਾਂ ਰਸੀਦ ਦੇ ਦਿੱਤੀ ਅਤੇ ਕਿਹਾ ਕਿ ਤੁਸੀਂ ਟਰਾਈ ਕਰਕੇ ਰਿਪੋਰਟ ਦੇ ਦੇਣੀ। 6 ਮਹੀਨੇ ਬਾਅਦ ਉਹਨਾਂ ਪ੍ਰਧਾਨ ਜੀ ਨੂੰ ਚਿੱਠੀ ਪਾਈ ਕਿ ਮਹਿੰਦਰ ਸਿੰਘ ਦਾ ਕੀ ਕਰਨਾ ਹੈ। ਪ੍ਰਧਾਨ ਜੀ ਨੇ ਜਵਾਬ ਦਿੱਤਾ ਕਿ ਸਾਨੂੰ ਥੋੜ੍ਹਾ ਜਿਹਾ ਵਕਤ ਹੋਰ ਦਿਓ। ਇਹ ਬੰਦਾ ਸਹੀ ਹੈ। ਇਸ ਨੇ ਗੁਰਦੁਆਰੇ ਦਾ ਸਾਰਾ ਕੰਮ ਸੰਭਾਲਿਆ ਹੋਇਆ ਹੈ। ਉਸ ਚਿੱਠੀ ਦਾ ਫਿਰ 1 ਸਾਲ ਜਵਾਬ ਨਾ ਆਇਆ। ਉਹ ਉੱਥੇ ਹੀ ਆਪਣੇ ਭਰਾ ਕੋਲ ਰਹੀ ਗਿਆ। ਕੰਮਕਾਰ ਕਰਦਾ ਰਿਹਾ। 1 ਸਾਲ ਦਾ ਵੀਜ਼ਾ ਲਗਾ ਕੇ ਪਾਸਪੋਰਟ ਭੇਜ ਦਿੱਤਾ ਗਿਆ। 1.5 ਸਾਲ ਪਹਿਲਾਂ ਲੰਘ ਗਿਆ ਸੀ। ਸਾਲ ਹੋਰ ਤੇ ਹੁਣ 2.5 ਸਾਲ ਹੋ ਗਏ ਸਨ ਇੰਗਲੈਂਡ ਰਹਿੰਦਿਆਂ ਨੂੰ। ਉਹਨਾਂ ਫਿਰ ਪ੍ਰਧਾਨ ਜੀ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਇਹ ਬੰਦਾ ਅਜੇ ਸਾਨੂੰ ਚਾਹੀਦਾ ਹੈ। ਸ਼੍ਰੀ ਭੈਣੀ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਅਰਜ਼ ਕੀਤੀ ਤਾਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਿੱਜੀ ਸਕੱਤਰ ਤਰਸੇਮ ਸਿੰਘ ਨੂੰ ਹੁਕਮ ਕੀਤਾ ਕਿ ਪ੍ਰਧਾਨ ਜੀ ਨੂੰ ਚਿੱਠੀ ਲਿਖੋ ਕਿ ਮਹਿੰਦਰ ਸਿੰਘ ਤੁਹਾਡੇ ਕੋਲ ਅਜੇ 1 ਸਾਲ ਹੋਰ ਰਹੇਗਾ। ਉਸ ਦਾ ਬੋਝ ਸਾਧ ਸੰਗਤ 'ਤੇ ਨਹੀਂ ਪਵੇਗਾ। ਉਹ ਆਪਣਾ ਖਰਚ ਆਪ ਕਰੇਗਾ। ਸੱਚੇ ਪਾਤਸ਼ਾਹ ਜੀ ਦੇ ਹੁਕਮ ਸਦਕਾ ਹੀ ਉਸ ਨੂੰ ਹੋਰ ਵੀਜ਼ਾ ਮਿਲ ਗਿਆ। ਉਸ ਨੇ ਆਪਣੇ ਬੱਚੇ ਤੇ ਸਿੰਘਣੀ ਨੂੰ ਵੀ ਉੱਥੇ ਹੀ ਬੁਲਾ ਲਿਆ। ਜਿੱਥੇ ਸੁੱਖ ਮਿਲਦੇ ਹਨ ਉੱਥੇ ਤਕਲੀਫਾਂ ਵੀ ਆਉਂਦੀਆਂ ਹਨ। ਕਿਸੇ ਨੇ ਸ਼ਿਕਾਇਤ ਕਰ ਦਿੱਤੀ ਤੇ ਹੋਮ ਵਾਲਿਆਂ ਨੇ ਉਸ ਦੇ ਬੇਟੇ ਤੇ ਸਿੰਘਣੀ ਦਾ ਪਾਸਪੋਰਟ ਆਪਣੇ ਕੋਲ ਜਮ੍ਹਾਂ ਕਰ ਲਿਆ। ਮਹਿੰਦਰ ਸਿੰਘ ਨੂੰ ਵਿਸ਼ਵਾਸ ਸੀ ਕਿ ਹੁਣ ਤੇ ਜ਼ਰੂਰ ਹੀ ਉਹਨਾਂ ਦੇ ਪਾਸਪੋਰਟ 'ਤੇ ਡਿਪੋਰਟ ਦੀ ਮੋਹਰ ਲੱਗੇਗੀ। ਪਰ ਉਹਨਾਂ ਨੇ 1 ਸਾਲ ਬਾਅਦ ਪੱਕੀ ਮੋਹਰ ਲਗਾ ਕੇ ਪ੍ਰਧਾਨ ਦੇ ਘਰ 3 ਪਾਸਪੋਰਟ ਭੇਜ ਦਿੱਤੇ। ਫਿਰ ਇੰਗਲੈਂਡ ਤੋਂ ਹੋਲੇ 'ਤੇ ਆਉਣ ਲਈ ਪ੍ਰਧਾਨ ਜੀ ਨੇ ਜਦੋਂ ਕਾਰਡ ਵੰਡੇ ਤਾਂ ਇੱਕ ਕਾਰਡ ਉਹਨਾਂ ਮਹਿੰਦਰ ਸਿੰਘ ਨੂੰ ਵੀ ਦੇ ਦਿੱਤਾ। ਮਹਿੰਦਰ ਸਿੰਘ ਨੇ ਕਿਹਾ ਪ੍ਰਧਾਨ ਜੀ ਤੁਸੀਂ ਤੇ ਹੋਲੇ 'ਤੇ ਸ਼੍ਰੀ ਭੈਣੀ ਸਾਹਿਬ ਚਲੇ ਜਾਣਾ ਹੈ। ਮੈਂ ਮਗਰੋਂ ਬਿਨਾਂ ਪਾਸਪੋਰਟ ਦੇ ਸ਼੍ਰੀ ਭੈਣੀ ਸਾਹਿਬ ਕਿੱਦਾਂ ਆਵਾਂਗਾ। ਸ਼ਾਮ ਜਦੋਂ ਉਹ ਪ੍ਰਧਾਨ ਜੀ ਦੇ ਘਰ ਗਿਆ ਤਾਂ ਉਹਨਾਂ 3 ਪਾਸਪੋਰਟ ਟੇਬਲ 'ਤੇ ਰੱਖ ਦਿੱਤੇ। ਫਿਰ ਮਹਿੰਦਰ ਸਿੰਘ ਸ਼੍ਰੀ ਭੈਣੀ ਸਾਹਿਬ ਹੋਲੇ 'ਤੇ ਆ ਗਿਆ। ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਪੁੱਛਿਆ ਮਹਿੰਦਰ ਸਿੰਘ ਤੇਰਾ ਕੰਮ ਬਣ ਗਿਆ ਹੈ, ਤੂੰ ਪੱਕਾ ਹੋ ਗਿਆ ਹੈ। ਤਾਂ ਉਸ ਸਨਿਮਰ ਅਰਜ਼ ਕੀਤੀ ਪਾਤਸ਼ਾਹ ਜੀ ਆਪ ਹੀ ਕਿਰਪਾ ਕਰਦੇ ਹੋ ਤੇ ਫਿਰ ਸਾਨੂੰ ਪੁੱਛਦੇ ਹੋ। ਆਪ ਜੀ ਦੀਆਂ ਬਖਸ਼ਿਸ਼ਾਂ ਸਦਕਾ ਹੀ ਤਾਂ ਇਸ ਤਰ੍ਹਾਂ ਹੋਇਆ ਹੈ। ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ।